ਭਾਈ ਮੰਝ ਜੀ ਦਾ ਪ੍ਰਸੰਗ। ਇੱਕ ਰਾਜਪੂਤ ਚੌਧਰੀ ਜਿਸ ਦਾ ਨਾਮ ਮੰਝ ਸੀ, ਉਸਦੇ ਪੂਰਬਲੇ ਕਰਮ ਪ੍ਰੇਮ ਭਗਤੀ ਦੇ ਭਰੇ ਹੋਏ ਸਨ, ਮਗਰ ਸਰਵਰ ਪੀਰ ਨੂੰ ਸਦਾ ਹੀ ਮੰਨਣ ਵਾਲਾ ਸੀ। ਇਸ ਦੇ ਘਰ ਪਦਾਰਥ ਬਹੁਤ ਸੀ। ਸਰਵਰ ਪੀਰ ਦੇ ਸੇਵਕਾਂ ਵਿੱਚੋਂ ਮੁਖੀ ਸੇਵਕ ਸੀ। ਇੱਕ ਦਿਨ ਕੋਈ ਗੁਰੂ ਦਾ ਸਿੱਖ ਬਾਣੀ ਪੜ੍ਹ ਰਿਹਾ ਸੀ। ਮੰਝ ਦੇ ਕੰਨਾਂ ਵਿੱਚ ਆਵਾਜ਼ ਪਈ। ਮੰਝ ਨੇ ਧਿਆਨ ਦੇ ਕੇ ਸੁਣੀ ਔਰ ਉਸੇ ਵੇਲੇ ਮਨ ਵਿੱਚ ਕੁਝ ਖਿੱਚ ਜਿਹੀ ਪੈਦਾ ਹੋ ਗਈ। ਉਸ ਸਿੱਖ ਦੇ ਪਾਸ ਜਾ ਕੇ ਉਸ ਪਾਸੋਂ ਫੇਰ ਮੁੜ ਕੇ ਬਾਣੀ ਸੁਣੀ ਤੇ ਉਸ ਦਾ ਭਾਵ ਅਰਥਾਂ ਨੂੰ ਜਾਣਿਆ, ਜਿਸ ਤੋਂ ਮਨ ਵਿੱਚ ਬਹੁਤ ਹੀ ਖਿੱਚ ਪਹੁੰਚੀ। ਉਮੰਗ ਉੱਠੀ ਕਿ ਕਿਸੇ ਤਰ੍ਹਾਂ ਸਿੱਖ ਨਾਲ ਜਾ ਕੇ ਇਹਨਾਂ ਦੇ ਗੁਰੂ ਦਾ ਦਰਸ਼ਨ ਕਰਾਂ। ਸਿੱਖ ਨੂੰ ਪੁੱਛਿਆ ਕਿ ਜਿਨ੍ਹਾਂ ਦੀ ਇਹ ਬਾਣੀ ਉਚੇਰੀ ਹੋਈ ਹੈ ਉਹ ਕਿੱਥੇ ਹਨ। ਸਿੱਖ ਨੇ ਦੱਸਿਆ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ, ਜੋ ਅੱਜ ਕੱਲ੍ਹ ਉਹਨਾਂ ਦੀ ਗੱਦੀ ਤੇ 5ਵੀਂ ਜਗ੍ਹਾ ਸ੍ਰੀ ਗੁਰੂ ਅਰਜਨ ਦੇਵ ਜੀ ਹਨ, ਜੋ ਅੰਮ੍ਰਿਤ ਸਰੋਵਰ ਬਣਵਾ ਰਹੇ ਹਨ। ਜੇਕਰ ਤੇਰੀ ਇੱਛਾ ਹੋਵੇ ਤਾਂ ਸਾਡੇ ਨਾਲ ਚੱਲੀ, ਤੈਨੂੰ ਦਰਸ਼ਨ ਕਰਵਾ ਲਿਆਵਾਂਗੇ। ਮੰਝ ਨੂੰ ਅਜਿਹਾ ਪ੍ਰੇਮ ਲੱਗਾ ਕਿ ਉਹ ਰੋਜ਼ ਹੀ ਸਿੱਖ ਦੇ ਘਰ ਜਾ ਕੇ ਬਾਣੀ ਸੁਣਦਾ। ਇੱਕ ਦਿਨ ਉਹ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਤੁਰਿਆ। ਮੰਝ ਵੀ ਉਸ ਦੇ ਨਾਲ ਤਿਆਰ ਹੋ ਪਿਆ। ਉੱਤਮ ਭਾਗ ਜਾਗ ਪਏ। ਸਿੱਖ ਦੇ ਨਾਲ ਚੱਲ ਕੇ ਗੁਰੂ ਜੀ ਦੇ ਪਾਸ ਪਹੁੰਚਾ। ਅੱਗੇ ਸ੍ਰੀ ਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ। ਸਰੋਵਰ ਦੀ ਕਾਰ ਹੋ ਰਹੀ ਸੀ। ਚਫੇਰਿਓਂ ਸਤਨਾਮ ਸ੍ਰੀ ਵਾਹਿਗੁਰੂ ਦੀ ਧੁਨ ਦੀ ਆਵਾਜ਼ ਆ ਰਹੀ ਸੀ। ਗੁਰੂ ਦਾ ਲੰਗਰ ਬੇਅੰਤ ਵਰਤ ਰਿਹਾ ਸੀ। ਅਜਿਹਾ ਬੈਕੁੰਠ ਦਾ ਨਜ਼ਾਰਾ ਦੇਖ ਕੇ ਮੰਝ ਦਾ ਪ੍ਰੇਮ ਹੋਰ ਵੀ ਵਧਿਆ। ਗੁਰੂ ਜੀ ਦੇ ਹਜ਼ੂਰ ਪਹੁੰਚ ਕੇ ਚਰਨਾਂ ਤੇ ਮੱਥਾ ਟੇਕਿਆ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪਣੀ ਸਿੱਖੀ ਬਖਸ਼ੋ। ਗੁਰੂ ਜੀ ਚੁੱਪ ਕਰ ਰਹੇ। ਕੁਝ ਚਿਰ ਠਹਿਰ ਕੇ ਫਿਰ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪਣੀ ਸਿੱਖੀ ਬਖਸ਼ੋ। ਗੁਰੂ ਜੀ ਫੇਰ ਵੀ ਚੁੱਪ ਕਰ ਰਹੇ। ਮੰਝ ਜੀ ਦਾ ਮਨ ਵਿਆਕੁਲ ਹੋ ਗਿਆ। ਅੱਖਾਂ ਵਿੱਚ ਪਾਣੀ ਭਰ ਆਇਆ। ਹੱਥਾਂ ਨਾਲ ਗੁਰੂ ਜੀ ਦੇ ਚਰਨ ਫੜ ਕੇ ਨਿਮਰਤਾ ਪੂਰਵਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੀ ਸਿੱਖੀ ਬਖਸ਼ੋ। ਗੁਰੂ ਜੀ ਪ੍ਰਸੰਨ ਹੋ ਕੇ ਬੋਲੇ, ਭਾਈ ਤੂੰ ਆਪਣਾ ਪੀਰ ਮੁਸਲਮਾਨ ਸਰਵਰ ਨੂੰ ਬਣਾਇਆ ਹੋਇਆ ਹੈ, ਸਾਡੀ ਸਿੱਖੀ ਨੂੰ ਕੀ ਕਰਨਾ ਹੈ। ਇਹ ਗੁਰਸਿੱਖੀ ਬਹੁਤ ਕਠਿਨ ਹੈ। ਇਸ ਸਿੱਖੀ ਤੇ ਤੁਰਨਾ ਤਲਵਾਰ ਦੀ ਧਾਰ ਉੱਤੇ ਤੁਰਨਾ ਹੈ। ਇਹ ਮੰਝ, ਜਦ ਤੂੰ ਸਾਡੀ ਸਿੱਖੀ ਧਾਰਨ ਕਰੇਗਾ ਤਾਂ ਤੇਰੀ ਬਦਨਾਮੀ ਹੋਵੇਗੀ ਤੇ ਨਾਲੇ ਤੇਰੇ ਸਾਰੇ ਧਨ ਦਾ ਨਾਸ ਹੋ ਜਾਵੇਗਾ। ਤੇਰਾ ਚੌਧਰੀ ਪੁਣਾ ਹਟ ਜਾਵੇਗਾ। ਤੇਰੀ ਸੰਬੰਧੀ ਸਭ ਹਾਸੀ ਕਰਨਗੇ ਤੇ ਤੈਨੂੰ ਪਾਸ ਹੀ ਨਹੀਂ ਬੈਠਣ ਦੇਣਗੇ। ਜੇਕਰ ਤੈਨੂੰ ਇਹ ਗੱਲਾਂ ਪ੍ਰਵਾਨ ਹਨ ਤਾਂ ਸਾਡੀ ਸਿੱਖੀ ਵੱਲ ਧਿਆਨ ਕਰ। ਮੰਝ ਨੇ ਵਿਚਾਰਿਆ ਕਿ ਇਹ ਤਾਂ ਅੰਤਰਜਾਮੀ ਹਨ, ਜਿਨ੍ਹਾਂ ਨੇ ਮੇਰਾ ਨਾਮ ਵੀ ਲੈ ਲਿਆ ਹੈ ਤੇ ਸਾਰੇ ਪਤੇ ਵੀ ਮੇਰੇ ਦੱਸ ਦਿੱਤੇ ਹਨ। ਇਸ ਪ੍ਰਕਾਰ ਸੋਚ ਕੇ ਮੰਝ ਨੇ ਪੱਕੀ ਸ਼ਰਧਾ ਵੱਜ ਗਈ। ਅੱਖਾਂ ਵਿੱਚੋਂ ਅਥਰੂ ਡਿੱਗ ਪਏ। ਅਰਦੀਨ ਹੋਏ ਹੋਏ ਗੁਰੂ ਜੀ ਦੇ ਚਰਨਾਂ ਤੇ ਸਿਰ ਧਰ ਦਿੱਤਾ ਤੇ ਰੁਕੀ ਹੋਈ ਆਵਾਜ਼ ਨਾਲ ਬੇਨਤੀ ਕੀਤੀ, ਮਹਾਰਾਜ ਮੈਂ ਭੁੱਲ ਗਿਆ, ਆਪ ਸਿੱਖੀ ਬਖਸ਼ ਦਿਓ, ਮੈਨੂੰ ਸਭ ਗੱਲਾਂ ਪ੍ਰਵਾਨ ਹਨ। ਗੁਰੂ ਜੀ ਫਿਰ ਬੋਲੇ, ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਠਹਿਰ ਸਕਦੀ। ਪਹਿਲਾਂ ਘਰ ਜਾ ਕੇ ਸਰਵਰ ਪੀਰ ਦਾ ਸਥਾਨ ਢਾਓ ਤੇ ਫਿਰ ਸਿੱਖੀ ਮੰਗਣੀ। ਇਹ ਬਚਨ ਸੁਣ ਕੇ ਭਾਈ ਮੰਝ ਨੇ ਘਰ ਜਾਣ ਦੀ ਆਗਿਆ ਲਈ। ਘਰ ਪਹੁੰਚ ਕੇ ਉਹ ਸਰਵਰ ਦਾ ਸਥਾਨ ਢਾ ਦਿੱਤਾ। ਘਰ ਦੇ ਸਭ ਦੇਖ ਕੇ ਬੋਲਣ ਬਕਣ ਲੱਗ ਗਏ ਕਿ ਮੰਝ ਨੂੰ ਕੀ ਹੋ ਗਿਆ ਹੈ। ਮੰਝ ਹੋਰੀ ਚੁੱਪ ਕਰੀਤੇ ਫਿਰ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ। ਚਰਨਾਂ ਤੇ ਸਿਰ ਧਰ ਕੇ ਮੱਥਾ ਟੇਕਿਆ ਅਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਿੱਖੀ ਬਖਸ਼ੋ। ਗੁਰੂ ਜੀ ਨੇ ਆਖਿਆ, ਲੰਗਰ ਦੇ ਭਾਂਡੇ ਮਾਂਜੋ, ਜਦ ਮਨ ਸਾਫ਼ ਹੋ ਜਾਵੇਗਾ ਤਾਂ ਸਿੱਖੀ ਉਪਦੇਸ਼ ਦੇਵਾਂਗੇ। ਮੰਝ ਜੀ ਭਾਂਡੇ ਮਾਂਜਣ ਲੱਗ ਗਏ। ਕਿਤਨੇ ਦਿਨ ਭਾਂਡੇ ਮਾਂਜਣ ਦੀ ਸੇਵਾ ਤਨੋਂ ਮਨੋਂ ਹੋ ਕੇ ਕੀਤੀ। ਇੱਕ ਦਿਨ ਗੁਰੂ ਜੀ ਲੰਗਰ ਵਿੱਚ ਗਏ ਤਾਂ ਮੰਝ ਆਪਣੇ ਧਿਆਨ ਪ੍ਰੇਮ ਨਾਲ ਭਾਂਡੇ ਮਾਂਜ ਰਿਹਾ ਸੀ। ਗੁਰੂ ਜੀ ਨੇ ਪਾਸ ਜਾ ਕੇ ਆਖਿਆ, ਭਾਈ ਮੰਝ ਮੂੰਹ ਨਾਲ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਵੀ ਕਰੀ ਜਾਓ। ਜਦ ਮੰਝ ਨੇ ਗੁਰੂ ਜੀ ਵੱਲ ਡਿੱਠਾ ਤਾਂ ਛੇਤੀ ਨਾਲ ਚਰਨਾਂ ਤੇ ਸਿਰ ਰੱਖ ਦਿੱਤਾ। ਗੁਰੂ ਜੀ ਸਿੱਖੀ ਉਪਦੇਸ਼ ਦੇ ਕੇ ਚਲੇ ਆਏ। ਭਾਈ ਮੰਝ ਦਾ ਮਨ ਕੌਲ ਵਾਂਗ ਫੁੱਲ ਵਾਂਗ ਖਿੜ ਗਿਆ।
ਅਰ ਸਵਾਸ ਸਵਾਸ ਸਤਨਾਮ ਦਾ ਸਿਮਰਨ ਕਰਨ ਲੱਗਾ। ਕੁਝ ਦਿਨ ਬਾਅਦ ਗੁਰੂ ਜੀ ਨੇ ਫਿਰ ਆਖਿਆ ਕਿ ਭਾਈ ਮੰਝ ਘਰ ਦੀ ਜਾ ਕੇ ਖਬਰਸਾਰ ਵੀ ਲੈ ਲੈਣੀ ਚਾਹੀਦੀ ਹੈ, ਫਿਰ ਆ ਜਾਣਾ। ਭਾਈ ਮੰਝ ਆਗਿਆ ਮੰਨ ਕੇ ਘਰ ਨੂੰ ਗਿਆ। ਜਾ ਕੇ ਵੇਖਿਆ ਜੋ ਭੂਤਨਿਆਂ ਦੀ ਮਾਇਆ ਵਾਂਗ ਥੋੜੇ ਦਿਨਾਂ ਵਿੱਚ ਹੀ ਧਨ ਦਾ ਨਾਸ ਹੋ ਗਿਆ ਹੈ। ਘੋੜੀਆਂ, ਮੱਝਾਂ, ਗਾਈਆਂ ਸਭ ਮਰ ਗਈਆਂ ਹਨ। ਘਰ ਵਿੱਚ ਧਨ ਦਾ ਪਤਾ ਹੀ ਨਹੀਂ ਲੱਗਾ ਜੋ ਕਿੱਧਰ ਚਲਾ ਗਿਆ ਹੈ। ਸੰਬੰਧੀ ਸਾਰੇ ਝਿੜਕਣ ਲੱਗ ਗਏ ਕਿ ਚੰਗੀ ਜਾ ਕੇ ਸਿੱਖੀ ਲਈ ਹੈ। ਦੇਖ ਸਰਵਰ ਪੀਰ ਦਾ ਸਥਾਨ ਢਾਹ ਕੇ ਕੀ ਫਲ ਪਾਇਆ ਹੈ। ਸਰਵਰ ਪੀਰ ਦੀ ਮਾਰ ਕਹੀ ਕੁ ਵਗੀ ਹੈ, ਸਭ ਸਤਿਆਨਾਸ਼ ਹੋ ਗਿਆ ਹੈ। ਇਸ ਵੇਲੇ ਤੇਰਾ ਟੱਬਰ ਰੋਟੀ ਨੂੰ ਤਰਸ ਰਿਹਾ ਹੈ, ਹੁਣ ਵੀ ਪੀਰ ਪਾਸੋਂ ਭੁੱਲ ਬਖਸ਼ਾ ਲੈ। ਭਾਈ ਮੰਝ ਨੇ ਆਖਿਆ ਕਿ ਮੈਨੂੰ ਇਸ ਝੂਠੇ ਧਨ ਦੀ ਹੁਣ ਲੋੜ ਨਹੀਂ ਰਹੀ। ਮੈਂ ਗੁਰੂ ਘਰ ਵਿੱਚੋਂ ਲੋਕ ਪਰਲੋਕ ਦਾ ਸੱਚਾ ਧਨ ਪ੍ਰਾਪਤ ਕਰ ਲਿਆ ਹਾਂ। ਅਸੀਂ ਤੁਸੀਂ ਸਭ ਭੁੱਲੇ ਰਹੇ ਹੋ ਕਿ ਅਸੀਂ ਤੁਹਾਨੂੰ ਹਿੰਦੂ ਕਹਾਉਂਦੇ ਹਾਂ, ਜਦ ਮੁਸਲਮਾਨ ਪੀਰ ਅੱਗੇ ਨੱਕ ਰਗੜਦੇ ਤੇ ਸ਼ੀਰਨੀਆਂ ਚੜਾਉਂਦੇ ਮੁਸਲਮਾਨਾਂ ਦੇ ਹੱਥੋਂ ਲੈ ਕੇ ਖਾਂਦੇ ਹਾਂ। ਆਓ ਤੁਸੀਂ ਵੀ ਗੁਰੂ ਘਰ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸੁਧਾਰੋ। ਮੁਸਲਮਾਨ ਦਾ ਲੜ ਛੱਡੋ। ਸਭ ਨੇ ਜਾਤਾ ਕਿ ਮੰਝ ਪਾਗਲ ਹੋ ਗਿਆ ਹੈ। ਦੇਖ ਲਓ ਪੀਰ ਦੀ ਕਰੋਪੀ ਨਾਲ ਕਿੱਡੀ ਛੇਤੀ ਮੰਝ ਦੇ ਧਨ ਦਾ ਨਾਸ ਹੋ ਗਿਆ ਹੈ। ਇਸ ਤਰ੍ਹਾਂ ਸਭ ਹੀ ਮੰਝ ਨੂੰ ਤਰਕਾਂ ਕਰਨ ਲੱਗੇ, ਕੋਈ ਵੀ ਮੰਝ ਦੀ ਗੱਲ ਨੂੰ ਨਾ ਸੁਣੇ। ਪਿੰਡਾਂ ਵਾਲਿਆਂ ਨੇ ਚੌਧਰਪੁਣਾ ਖੋਹ ਲਿੱਤਾ ਅਰ ਪਿੰਡੋਂ ਬਾਹਰ ਕੱਢ ਦਿੱਤਾ। ਭਾਈ ਮੰਝ ਟੱਬਰ ਨੂੰ ਲੈ ਕੇ ਹੌਰਸ ਪਿੰਡ ਜਾ ਰਿਹਾ ਹੈ ਅਰ ਘਾਸ ਖੋਦ ਕੇ ਬਾਜ਼ਾਰ ਵਿੱਚ ਵੇਚ ਕੇ ਗੁਜ਼ਾਰਾ ਕਰਨ ਲੱਗਾ। ਧਿਆਨ ਹਰ ਵਕਤ ਗੁਰੂ ਜੀ ਦੇ ਚਰਨਾਂ ਦਾ ਧਰ ਕੇ ਸਵਾਸ ਸਵਾਸ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦਾ। ਇਸੇ ਪ੍ਰਕਾਰ ਕਿਤਨਾ ਕੁ ਚਿਰ ਬੀਤਿਆ। ਗੁਰੂ ਜੀ ਨੇ ਭਾਈ ਮੰਝ ਦੀ ਸੱਚੀ ਭਗਤੀ ਦੇਖ ਕੇ ਹੋਰ ਵੀ ਪਰਖ ਕਰਨ ਲਈ ਇੱਕ ਆਪਣੇ ਸਿੱਖ ਮੇਵੜੇ ਨੂੰ ਸੱਦ ਕੇ ਆਖਿਆ ਕਿ ਸਾਡਾ ਹੁਕਮਨਾਮਾ ਲੈ ਕੇ ਫਲਾਣੇ ਪਿੰਡ ਜਾਓ। ਉੱਥੇ ਇੱਕ ਮੰਝ ਨਾਮੇ ਸਿੱਖ ਰਹਿੰਦਾ ਹੈ ਜੋ ਬੜਾ ਗਰੀਬ ਹੈ ਤੇ ਘਾਸ ਵੇਚ ਕੇ ਗੁਜ਼ਾਰਾ ਕਰਦਾ ਹੈ। ਉਸ ਪਾਸੋਂ 21 ਮੋਹਰਾਂ ਲਿਆਓ। ਸਿੱਖ ਨਮਸਕਾਰ ਕਰਕੇ ਤੁਰ ਪਿਆ। ਉਸ ਨਗਰ ਪਹੁੰਚ ਕੇ ਭਾਈ ਮੰਝ ਨੂੰ ਮਿਲਿਆ, ਪਰਸਪਰ ਨਮਸਕਾਰ ਕੀਤੀ। ਸਿੱਖ ਨੇ ਆਖਿਆ ਤੈਨੂੰ ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਹੈ ਜੋ 21 ਮੋਹਰਾਂ ਭੇਟਾ ਦਿਓ। ਮੰਝ ਸੁਣਦੇ ਸਾਰ ਹੀ ਬੜਾ ਖੁਸ਼ ਹੋਇਆ, ਬੋਲਿਆ ਧੰਨ ਭਾਗ ਅੱਜ ਮੇਰੇ ਹੋਏ ਹਨ ਜੋ ਮੈਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ। ਹੁਕਮਨਾਮਾ ਲੈ ਕੇ ਸਿਰ ਤੇ ਰੱਖਿਆ ਹਰ ਸਿੱਖ ਨੂੰ ਨਿਮਰਤਾ ਪੂਰਵਕ ਘਰ ਲੈ ਗਿਆ। ਆਦਰ ਨਾਲ ਮੰਜੇ ਤੇ ਬਿਠਾਇਆ ਅਰ ਆਪਣੀ ਇਸਤਰੀ ਨੂੰ ਹੁਕਮਨਾਮਾ ਦੱਸਿਆ ਅਤੇ ਆਖਿਆ ਕਿ ਸਤਿਗੁਰਾਂ ਦੇ ਘਰ ਕਿਸ ਪਦਾਰਥ ਦੀ ਕਮੀ ਹੈ, ਇਹ ਸਿਰਫ ਸਾਡੀ ਪਰਖ ਹੀ ਕਰਨ ਲੱਗੇ ਹਨ, ਸੋ ਸਾਨੂੰ ਇਸ ਕਸਵੱਟੀ ਤੇ ਪੂਰਾ ਉਤਰਨਾ ਚਾਹੀਦਾ ਹੈ। ਤੂੰ ਕੋਈ ਯਤਨ ਸੋਚ। ਇਸਤਰੀ ਬੋਲੀ ਕੋਈ ਚਿੰਤਾ ਨਾ ਕਰੋ, ਫਲਾਣੇ ਘਰ ਵਾਲੇ ਪੈਸੇ ਵਾਲੇ ਹਨ ਤੇ ਉਹ ਸਾਡੀ ਕੰਨਿਆ ਨੂੰ ਲੈਣਾ ਚਾਹੁੰਦੇ ਹਨ। ਸੋ ਜੇਕਰ ਕੰਨਿਆ ਸਤਿਗੁਰਾਂ ਦੇ ਨਿਮਿੱਤ ਕੰਮ ਆ ਜਾਵੇ ਤਾਂ ਹੋਰ ਕੀ ਚਾਹੀਦਾ ਹੈ। ਅਸੀਂ ਆਪਣੇ ਲੋਭ ਵਾਸਤੇ ਤਾਂ ਕੁਝ ਲੈਣਾ ਹੀ ਨਹੀਂ। ਇਹ ਸਲਾਹ ਕਰਕੇ ਘਰ ਵਾਲੀ ਉਹਨਾਂ ਦੇ ਘਰ ਜਾ ਕੇ ਕੰਨਿਆ ਦਾ ਸਾਕ ਕਰ ਆਈ ਤੇ ਉਤਨਾ ਹੀ ਪਦਾਰਥ ਲੈ ਆਂਦਾ। ਲਿਆ ਕੇ ਸਿੱਖ ਦੇ ਅੱਗੇ ਰੱਖਿਆ। ਭਾਈ ਮੰਝ ਨੇ ਜਾ ਕੇ ਘਾਸ ਵੇਚਿਆ, ਪੈਸੇ ਲਿਆ ਕੇ ਸਿੱਖ ਨੂੰ ਪ੍ਰਸ਼ਾਦਾ ਛਕਾਇਆ। ਰਾਤ ਕੱਟ ਕੇ ਅਗਲੇ ਦਿਨ ਸਿੱਖ ਤੁਰ ਪਿਆ ਅਰ ਸਤਿਗੁਰਾਂ ਦੇ ਅੱਗੇ ਪਦਾਰਥ ਲਿਆ ਰੱਖਿਆ। ਕੁਝ ਕੁ ਸਮਾਂ ਜਦ ਹੋਰ ਬੀਤ ਗਿਆ, ਭਾਈ ਮੰਝ ਗੁਰੂ ਜੀ ਦੇ ਹੁਕਮਨਾਮੇ ਦਾ ਰੋਜ਼ ਦਰਸ਼ਨ ਕਰਕੇ ਸਿਰ ਤੇ ਰੱਖਿਆ ਕਰੇ, ਫਿਰ ਬੜੇ ਅਦਬ ਨਾਲ ਰੁਮਾਲਾਂ ਵਿੱਚ ਲਪੇਟ ਕੇ ਰੱਖੇ। ਉਸੇ ਤਰ੍ਹਾਂ ਘਾਸ ਵੇਚ ਕੇ ਗੁਜ਼ਾਰਾ ਕਰਦਾ ਹੋਇਆ ਸਵਾਸ ਸਵਾਸ ਸਤਨਾਮ ਦਾ ਸਿਮਰਨ ਕਰੇ ਹਰ ਰਾਤ ਦਿਨ ਧਿਆਨ ਸਤਿਗੁਰਾਂ ਦੇ ਚਰਨਾਂ ਵਿੱਚ ਲੱਗਾ ਰਹੇ। ਗੁਰੂ ਜੀ ਨੇ ਫਿਰ ਪ੍ਰਸੰਨ ਹੋ ਕੇ ਸੋਚਿਆ ਕਿ ਭਾਈ ਮੰਝ ਨੂੰ ਕਸੌਟੀ ਤੇ ਲਾਉਣਾ ਚਾਹੀਦਾ ਹੈ। ਹੁਕਮਨਾਮਾ ਲਿਖ ਕੇ ਬੰਦ ਕੀਤਾ ਅਰ ਸਿੱਖ ਮੇਵੜੇ ਨੂੰ ਹੁਕਮਨਾਮਾ ਦੇ ਕੇ ਭਾਈ ਮੰਝ ਵੱਲ ਭੇਜਿਆ। ਆਖਿਆ ਕਿ ਪਹਿਲੋਂ 21 ਦਰਬ ਲੈ ਕੇ ਫਿਰ ਹੁਕਮਨਾਮਾ ਦੇਣਾ। ਮੇਵੜਾ 7 ਬਚਨ ਕਹਿ ਕੇ ਤੁਰ ਪਿਆ।
ਨਗਰ ਪਹੁੰਚ ਕੇ ਭਾਈ ਮੰਝ ਨੂੰ ਜਾ ਮਿਲਿਆ। ਭਾਈ ਮੰਝ ਨੇ ਗੁਰਸਿੱਖਾਂ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਆਪਣੇ ਧੰਨ ਭਾਗ ਜਾਣੇ। ਸਿੱਖ ਨੇ ਆਖਿਆ ਕਿ ਗੁਰੂ ਜੀ ਨੇ ਹੁਕਮਨਾਮਾ ਭੇਜਿਆ ਹੈ, ਪਰ ਉਹਨਾਂ ਦਾ ਹੁਕਮ ਹੈ ਕਿ 21 ਦਰਬ ਪਹਿਲਾਂ ਦੇ ਕੇ ਫਿਰ ਹੁਕਮਨਾਮਾ ਪੜ੍ਹਨਾ। ਭਾਈ ਮੰਝ ਬੜਾ ਹੀ ਪ੍ਰਸੰਨ ਹੋਇਆ। ਮਨ ਵਿੱਚ ਸੋਚਣ ਲੱਗਾ ਕਿ ਗੁਰੂ ਜੀ ਨੇ ਮੈਨੂੰ ਆਪਣਾ ਸਮਝ ਲਿਆ ਹੈ। ਸਿੱਖ ਨੂੰ ਬੜੀ ਨਿਮਰਤਾ ਨਾਲ ਘਰ ਲੈ ਗਿਆ, ਮੰਜੇ ਤੇ ਬਿਠਾ ਕੇ ਆਦਰ ਕੀਤਾ, ਆਪਣੀ ਇਸਤਰੀ ਨੂੰ ਹੁਕਮ ਸੁਣਾਇਆ। ਇਸਤਰੀ ਨੇ ਆਖਿਆ, ਸ਼ੁਕਰ ਹੈ ਸਾਨੂੰ ਸਤਿਗੁਰਾਂ ਸੇਵਾ ਦੱਸਦੇ ਹਨ, ਸੋ ਤੁਸੀਂ ਮੈਨੂੰ ਕਿਸੇ ਪਾਸ ਗਹਿਣੇ ਰੱਖ ਆਓ, ਮੈਂ ਉਹਨਾਂ ਦੀ ਸੇਵਾ ਕਰਾਂਗੀ। ਭਾਈ ਮੰਝ ਇਸਤਰੀ ਨੂੰ ਨਾਲ ਲੈ ਕੇ ਸ਼ਾਹੂਕਾਰਾਂ ਦੇ ਪਾਸ ਗਿਆ। ਉਹਨਾਂ ਨੇ ਮੰਨ ਲਿੱਤਾ ਕਿ ਸਾਡੇ ਘਰ ਦਾ ਕੰਮ ਧੰਦਾ ਕਰਿਆ ਕਰੇਗੀ। ਰੁਪਏ ਭਾਈ ਮੰਝ ਨੂੰ ਦੇ ਦਿੱਤੇ। ਭਾਈ ਮੰਝ ਨੇ ਆਣ ਕੇ ਉਹ ਪਦਾਰਥ ਮੇਵੜੇ ਦੇ ਅੱਗੇ ਹਾਜ਼ਰ ਕੀਤਾ। ਰਾਤ ਪ੍ਰਸ਼ਾਦਾ ਛਕਾ ਕੇ ਮੁੱਠੀਆਂ ਭਰੀਆਂ ਤੇ ਆਰਾਮ ਕੀਤਾ। ਅਗਲੇ ਭਲਕ ਮੇਵੜੇ ਨੇ ਹੁਕਮਨਾਮਾ ਦਿੱਤਾ। ਜਦ ਪੜ੍ਹਿਆ ਤਾਂ ਲਿਖਿਆ ਹੋਇਆ ਸੀ ਕਿ ਭਾਈ ਮੰਝ ਸਾਡੇ ਪਾਸ ਆਣ ਕੇ ਸੰਗਤ ਦੇ ਲੰਗਰ ਦੀ ਸੇਵਾ ਕਰ। ਇਹ ਪੜ੍ਹਦੇ ਸਾਰ ਹੀ ਮਨ ਪ੍ਰਫੁੱਲਤ ਹੋ ਗਿਆ, ਅੱਖਾਂ ਪ੍ਰੇਮ ਦੇ ਅਥਰੂਆਂ ਨਾਲ ਭਰ ਗਈਆਂ। ਆਪਣੀ ਇਸਤਰੀ ਨੂੰ ਦੱਸਿਆ ਕਿ ਮੈਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ, ਮੈਂ ਉੱਥੇ ਜਾ ਕੇ ਸੇਵਾ ਕਰਨੀ ਹੈ। ਫਿਰ ਜਦ ਆਗਿਆ ਦੇਣਗੇ ਤਾਂ ਤੈਨੂੰ ਆਣ ਕੇ ਮਿਲਾਂਗਾ। ਇਤਨਾ ਕਹਿ ਕੇ ਮੇਵੜੇ ਦੇ ਨਾਲ ਹੀ ਤੁਰ ਪਿਆ। ਸ਼੍ਰੀ ਅੰਮ੍ਰਿਤਸਰ ਪਹੁੰਚ ਕੇ ਸਤਿਗੁਰਾਂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਜੀ ਨੇ ਲਾਪਰਵਾਹੀ ਜਤਾ ਕੇ ਭਾਈ ਮੰਝ ਵੱਲ ਧਿਆਨ ਹੀ ਨਾ ਦਿੱਤਾ ਤੇ ਹੋਰ ਪਾਸੇ ਗੱਲਾਂ ਕਰਨ ਲੱਗ ਗਏ। ਭਾਈ ਮੰਝ ਉਸ ਵੇਲੇ ਹੁਕਮਨਾਮੇ ਦੇ ਅਨੁਸਾਰ ਲੰਗਰ ਦੀ ਸੇਵਾ ਵਿੱਚ ਜਾ ਲੱਗਾ। 2 ਵੇਲੇ ਜੰਗਲ ਵਿੱਚੋਂ ਜਾ ਕੇ ਲੱਕੜੀਆਂ ਦੇ ਗੱਠੇ ਬੰਨ ਕੇ ਲਿਆਇਆ ਕਰਦਾ ਤੇ ਜੂਠੇ ਭਾਂਡੇ ਮਾਂਜਦਾ ਰਹਿੰਦਾ। ਧਿਆਨ ਹਰ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲਗਾ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ। ਇਸੇ ਤਰ੍ਹਾਂ ਸੇਵਾ ਕਰਦਿਆਂ ਨੂੰ ਚਿਰ ਬੀਤ ਗਿਆ। ਇੱਕ ਦਿਨ ਗੁਰੂ ਜੀ ਨੇ ਲਾਂਗਰੀ ਸਿੱਖ ਨੂੰ ਪੁੱਛਿਆ, ਜਿਹੜਾ ਭਾਈ ਮੰਝ ਸਿੱਖ ਆਇਆ ਹੋਇਆ ਹੈ ਉਹ ਕੀ ਕਾਰ ਕਰਦਾ ਹੈ ਤੇ ਖਾਂਦਾ ਕਿੱਥੋਂ ਹੈ? ਸਿੱਖ ਨੇ ਉੱਤਰ ਦਿੱਤਾ, ਮਹਾਰਾਜ ਸੇਵਾ ਤਾਂ ਬੇਅੰਤ ਕਰਦਾ ਹੈ। 2 ਵੇਲੇ ਬਾਹਰੋਂ ਜਾ ਕੇ ਲੱਕੜੀਆਂ ਲਿਆਉਂਦਾ ਹੈ ਤੇ ਬਾਕੀ ਸਮਾਂ ਭਾਂਡੇ ਮਾਂਜਣ ਵਿੱਚ ਬਤੀਤ ਕਰਦਾ ਹੈ ਤੇ ਪ੍ਰਸ਼ਾਦਾ ਲੰਗਰ ਵਿੱਚੋਂ ਛਕ ਲੈਂਦਾ ਹੈ। ਗੁਰੂ ਜੀ ਬੋਲੇ, ਉਸ ਨੂੰ ਆਖੋ ਕਿ ਤੇਰੀ ਸੇਵਾ ਨਿਸਫਲ ਹੈ, ਇਹ ਤਾਂ ਮਨਜ਼ੂਰੀ ਕਰਦਾ ਹੈ। ਸੇਵਾ ਤਦ ਸਫਲੀ ਹੈ ਜੇਕਰ ਪ੍ਰਸ਼ਾਦਾ ਬਾਹਰੋਂ ਆਪਣੇ ਕਮਾ ਕੇ ਖਾਵੇ, ਉਸ ਵਿੱਚੋਂ ਵੀ ਵੰਡ ਕੇ ਛਕੇ, ਬਾਕੀ ਸੇਵਾ ਲੰਗਰ ਦੀ ਕਰੇ। ਸਿੱਖ ਨੇ ਜਾ ਕੇ ਭਾਈ ਮੰਝ ਨੂੰ ਸਾਰੀ ਗੱਲ ਸੁਣਾ ਦਿੱਤੀ। ਭਾਈ ਮੰਝ ਨੇ 7 ਬਚਨ ਕਹਿ ਕੇ ਸਿੱਖ ਪਾਸੋਂ ਹੀ ਭੁੱਲ ਬਖਸ਼ਵਾਈ ਕਿ ਮੈਂ ਬੇਸਮਝ ਹਾਂ, ਮੇਰੇ ਧੰਨ ਭਾਗ ਹਨ ਜੋ ਸਤਿਗੁਰੂ ਆਪਣਾ ਦਾਸ ਜਾਣ ਕੇ ਸਭ ਮੱਤ ਦਿੰਦੇ ਹਨ। ਉਸ ਦਿਨ ਤੋਂ ਭਾਈ ਮੰਝ ਦੁਕਾਨਦਾਰਾਂ ਦੀ ਸੇਵਾ ਕਰਕੇ ਪ੍ਰਸ਼ਾਦੇ ਜੋਗੇ ਪੈਸੇ ਰੋਜ਼ ਕਮਾ ਲੈਂਦਾ ਤੇ ਬਾਕੀ ਦਾ ਸਮਾਂ ਲੰਗਰ ਦੀ ਸੇਵਾ ਕਰਦਾ। ਉਸੇ ਤਰ੍ਹਾਂ 2 ਵੇਲੇ ਲੱਕੜੀਆਂ ਦਾ ਗੱਠਾ ਲਿਆ ਕੇ ਲੰਗਰ ਵਿੱਚ ਦਿੰਦਾ। ਕੁਝ ਕੁ ਦਿਨ ਇਸੇ ਤਰ੍ਹਾਂ ਬੀਤ ਗਏ। ਸਰੀਰ ਕਮਜ਼ੋਰ ਹੋ ਗਿਆ, ਪਰ ਮਨ ਭਾਈ ਮੰਝ ਦਾ ਬੜਾ ਹੀ ਪ੍ਰਸੰਨ ਤੇ ਗੁਰੂ ਜੀ ਦੇ ਹਿਰਦੇ ਦਾ ਧਿਆਨ। ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਤਾਂ ਭਾਈ ਮੰਝ ਨੇ ਦੂਰੋਂ ਹੀ ਗੁਰੂ ਜੀ ਦੇ ਚਰਨਾਂ ਵੱਲ ਨਮਸਕਾਰ ਕੀਤੀ। ਗੁਰੂ ਜੀ ਨੇ ਭਾਈ ਮੰਝ ਨੂੰ ਸਦਵਾ ਕੇ ਪਾਸ ਬਿਠਾ ਲਿਆ। ਗੁਰੂ ਜੀ ਬੋਲੇ, ਦੇਖ ਭਾਈ ਮੰਝ, ਤੂੰ ਇਸ ਸਿੱਖੀ ਨੂੰ ਧਾਰ ਕੇ ਬਹੁਤ ਕਸ਼ਟ ਉਠਾਇਆ ਹੈ। ਸਭ ਪਦਾਰਥ ਵੀ ਨਾਸ ਹੋ ਗਿਆ ਹੈ। ਇੱਜ਼ਤ ਮਾਣ ਤੇਰਾ ਬਣਿਆ ਹੋਇਆ ਸੀ, ਸੋ ਵੀ ਦੂਰ ਹੋ ਗਿਆ ਹੈ। ਚੌਧਰਪੁਣਾ ਖੋ ਕੇ ਨਗਰ ਵਾਲਿਆਂ ਨੇ ਤੈਨੂੰ ਬਾਹਰ ਕਰ ਦਿੱਤਾ। ਕਿੱਥੇ ਤੂੰ ਧਨੀ ਪੁਰਸ਼ ਸੀ, ਕਿੱਥੇ ਤੈਨੂੰ ਘਾਸ ਵੇਚ ਕੇ ਗੁਜ਼ਾਰਾ ਕਰਨਾ ਪਿਆ। ਫਿਰ ਤੂੰ ਕੰਨਿਆ ਵੇਚੀ, ਕੱਖੋਂ ਹੌਲਾ ਹੋ ਗਿਆ ਹੈ। ਇਹ ਤੂੰ ਬਹੁਤ ਬੁਰਾ ਕੀਤਾ ਹੈ। ਹੁਣ ਤੂੰ ਵੀ ਜਾ ਕੇ ਆਪਣੇ ਸੰਬੰਧੀਆਂ ਨੂੰ ਮਿਲ ਤੇ ਸਰਵਰ ਪੀਰ ਦਾ ਮੰਦਰ ਬਣਵਾ ਕੇ ਉਸ ਅੱਗੇ ਨੱਕ ਰਗੜ ਅਰ ਆਪਣੀ ਭੁੱਲ ਬਖਸ਼ਵਾ, ਤੇਰੀ ਜ਼ਿੰਦਗੀ ਸੁੱਖ ਦੀ ਬਤੀਤ ਹੋਵੇ। ਭਾਈ ਮੰਝ ਨੇ ਗੁਰੂ ਜੀ ਦਾ ਚਰਨ ਪਕੜ ਲਿੱਤੇ ਅਰ ਅੱਖਾਂ ਵਿੱਚੋਂ ਅਥਰੂ ਤਰਪਕ ਤਰਪਕ ਚੱਲ ਪਏ।
ਰੁਕੀ ਹੋਈ ਆਵਾਜ਼ ਨਾਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਤਾਂ ਆਪਣੇ ਘਰ ਦਾ ਕੂਕਰ ਸਮਝ ਕੇ ਖਿਮਾ ਕਰ ਦਿਓ। ਮੇਰੇ ਪਾਸੋਂ ਸੱਚਾ ਧਨ ਦੇ ਕੇ ਕਿਉਂ ਖੋਣ ਲੱਗੇ ਹੋ? ਮੈਨੂੰ ਫੇਰ ਧੱਕਾ ਦੇ ਕੇ ਨਰਕਾਂ ਵਿੱਚ ਨਾ ਸੁੱਟੋ। ਮੈਂ ਆਪ ਜੀ ਦੀ ਸ਼ਰਨ ਹਾਂ। ਆਪ ਸ਼ਰਨ ਪਏ ਦੀ ਲੱਜਿਆਂ ਨੂੰ ਪਾਲੋ। ਜੇ ਹੋਊ ਪੂਤ ਕਪੂਤ ਹਾਂ ਤਾਂ ਬਹੁਰ ਪਿਤਾ ਨਾ ਲਾਜ। ਇਤਨਾ ਕਹਿ ਕੇ ਭਾਈ ਮੰਝ ਨੇ ਗੁਰੂ ਜੀ ਦੇ ਚਰਨਾਂ ਉੱਪਰ ਸਿਰ ਧਰ ਦਿੱਤਾ ਅਰ ਤਰਾ ਕਰਨ ਲੱਗਾ। ਗੁਰੂ ਜੀ ਨੇ ਆਖਿਆ, ਅੱਛਾ ਜਾਓ ਸੇਵਾ ਕਰੋ। ਭਾਈ ਮੰਝ ਆ ਗਿਆ। ਆਗਿਆ ਪਾ ਕੇ ਸੇਵਾ ਵਿੱਚ ਜਾ ਲੱਗਾ।